ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਬਹੁਤ ਹੀ ਖਾਸ ਦਿਨ ਸਾਡੇ ਪੰਜਾਬੀਆਂ ਲਈ, ਕਿਉਂਕਿ ਕੈਨੇਡਾ ਤੋਂ ਜਿਹੜੀ ਖਬਰਾਂ ਆਈਆਂ ਪਿਛਲੇ ਦਿਨਾਂ ਤੋਂ ਉਹ ਬੜੀਆਂ ਹੀ ਠੰਡੀਆਂ ਅਤੇ ਖੁਸ਼ਖਬਰੀ ਜਿਹੜੀ ਲੈ ਕੇ ਆਈ ਹਵਾਵਾਂ ਨੇ। ਕਿਉਂਕਿ ਪਹਿਲਾਂ ਕੱਲ੍ਹ ਫਲਾਈਟ ਡਾਇਰੈਕਟ ਸ਼ੁਰੂ ਹੋ ਗਈ, ਜਿਹੜੀ ਕਿ ਬਹੁਤ ਲੰਬੇ ਸਮੇਂ ਤੋਂ ਉਡੀਕ ਦਾ ਕਾਰਨ ਬਣੀ ਹੋਈ ਸੀ। ਹਰ ਵਾਰੀ ਕੁਐਸਚਨ ਹੁੰਦਾ ਸੀ ਫਲਾਈਟਾਂ ਕਦੋਂ ਸ਼ੁਰੂ ਹੋਣੀਆਂ ਜੀ। ਹੋ ਗਈਆਂ ਜੀ ਫਲਾਈਟਾਂ ਸ਼ੁਰੂ ਡਾਇਰੈਕਟ। ਅਤੇ ਦੂਜਾ, ਪੰਜਾਬੀਆਂ ਦਾ ਮਨਪਸੰਦ ਨੇਤਾ ਜਸਟਿਨ ਟਰੂਡੋ ਦੁਆਰਾ ਗੌਰਮੈਂਟ ਲੈ ਕੇ ਫਿਰ ਬਣਾਉਣ ਜਾ ਰਹੇ ਨੇ, ਉਹ ਵੀ ਵਿਨ ਕਰ ਗਏ। ਸੋ ਉਮੀਦ ਕਰਦੇ ਹਾਂ ਜੀ ਬੈਕ ਟੂ ਨੋਰਮਲ, ਅਤੇ ਬੜੇ ਵਧੀਆ ਤਰ੍ਹਾਂ ਨਾਲ ਹੁਣ ਦੁਬਾਰਾ ਵੀਜ਼ਾ ਜਿਹੜੇ ਉਹ ਲੱਗਣਗੇ। ਚੰਗੀ ਪ੍ਰੋਫਾਈਲਸ ਫਿਰ ਜਾ ਪਾਉਣਗੀਆਂ। ਜਿਹੜੇ ਬੱਚੇ ਸੁਪਨਾ ਸਜਾਈ ਬੈਠੇ ਸੀ ਜਾ ਕੇ ਪੜ੍ਹ ਕੇ ਇੱਕ ਫਿਊਚਰ ਬਣਾਉਣ ਦਾ ਬਣਾ ਪਾਉਣਗੇ, ਅਤੇ ਜਿਹੜੇ PR ਜਾਣਾ ਚਾਹੁੰਦੇ ਸੀ ਉਹ ਵੀ ਜਾ ਪਾਉਣਗੇ। ਅੱਜ ਸ਼ੋਅ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਜਿਹੜੇ ਗੈਸਟ ਉਹ ਤੁਹਾਡੇ ਹਰ ਕੈਨੇਡਾ ਸੰਬੰਧੀ ਸਵਾਲ ਦੇ ਜਵਾਬ ਦੇਣਗੇ। ਉਹਨਾਂ ਨਾਲ ਪਹਿਲੇ ਮਿਲਾ ਦਿੰਦੇ ਹਾਂ ਤੁਹਾਨੂੰ। ਕ੍ਰੀਏਟਿਵ ਫੀਚਰ ਤੋਂ ਗੁਰਪ੍ਰੀਤ ਜੀ ਮੇਰੇ ਨਾਲ ਮੌਜੂਦ ਨੇ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਅਮਨ ਜੀ। ਕਿਵੇਂ ਦੇਖਦੇ ਹੋ ਜੀ ਦਿਨਾਂ ਤੋਂ ਖੁਸ਼ਖਬਰੀਆਂ ਆ ਰਹੀਆਂ? ਦੇਖੋ ਅਮਨ ਜੀ, ਜਦੋਂ ਐਵੇਂ ਦੀਆਂ ਖੁਸ਼ਖਬਰੀਆਂ ਆਉਂਦੀਆਂ ਔਰ ਸਾਨੂੰ ਵੀ ਕਿਤੇ ਨਾ ਕਿਤੇ ਆਪਣੇ ਸਟੂਡੈਂਟਸ ਜਿਹੜੇ ਬੱਚੇ ਜਿਨ੍ਹਾਂ ਨੇ ਸਾਡੇ ਕੋਲ ਅਪਲਾਈ ਕੀਤਾ ਹੁੰਦਾ ਹੈ ਅਤੇ ਉਹਨਾਂ ਦਾ ਸੁਨਹਿਰਾ ਭਵਿੱਖ ਨਜ਼ਰ ਆਉਂਦਾ ਹੈ ਕਿ ਆਉਣ ਵਾਲਾ ਟਾਈਮ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਬੱਚਾ ਵੀ ਡਿਸਟਰਬ ਸੀ, ਕਿਤੇ ਨਾ ਕਿਤੇ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਜਿਹੜੇ ਬੱਚੇ ਨੂੰ ਹੈਂਡਲ ਕਰਦੇ ਕਰਦੇ ਅਸੀਂ ਵੀ ਇਸ ਚੀਜ਼ 'ਤੇ ਆ ਗਏ ਸੀ ਕਦੋਂ ਟੂ ਨਾਰਮਲ ਹੋਊਗਾ। ਅੱਜ ਉਹ ਸਮਾਂ ਆ ਚੁੱਕਿਆ ਹੈ ਕਿ ਬੈਕ ਟੂ ਨਾਰਮਲ ਸਾਰਾ ਕੁਝ ਹੋ ਗਿਆ। ਅਤੇ ਜਿਵੇਂ ਅਮਨ ਜੀ ਨੇ ਦੱਸਿਆ ਕਿ ਸਾਡੇ ਹਿੱਤਾਂ ਦੇ, ਖਾਸ ਕਰਕੇ ਸਾਡੇ ਪੰਜਾਬੀਆਂ ਦੇ ਹਿੱਤਾਂ ਲਈ ਜਿਹੜੇ ਕੰਮ ਕਰਦੇ ਸੀਗੇ ਜਸਟਿਨ ਟਰੂਡੋ ਦੀ ਸਰਕਾਰ ਆ, ਜਿਹਦੇ ਵਿੱਚ ਕਾਫੀ ਸਾਰੇ ਪੰਜਾਬੀ ਜਿਹੜੇ ਉੱਥੇ ਉਡੀਕ ਕਰ ਰਹੇ ਸੀਗੇ ਕਿ ਐਵੇਂ ਜਿਹਨਾਂ ਨੇ ਇਮੀਗ੍ਰੇਸ਼ਨ ਲੈਣੀ ਉਹਨਾਂ ਲਈ ਤਾਂ ਫੇਵਰੇਟ ਹਾਂਜੀ, ਉਹਨਾਂ ਦੇ ਲਈ ਤਾਂ, ਉਹਨਾਂ ਦੇ ਹਿੱਤਾਂ ਦੇ ਲਈ ਤਾਂ ਬਹੁਤ ਇੰਪੋਰਟੈਂਟ ਅੱਜ ਜਿਹੜਾ ਕੰਮ ਹੋਇਆ ਹੈ। ਅਤੇ ਆਪਣੇ ਜਿਹੜੀਆਂ ਡਾਇਰੈਕਟ ਫਲਾਈਟਸ ਜਿਹੜੀਆਂ ਉਹ ਵੀ ਜਿਹੜੀਆਂ ਸਟਾਰਟ ਹੋ ਚੁੱਕੀਆਂ। ਜਿਹੜੇ ਸਟੂਡੈਂਟ ਵਿਚਾਰੇ ਵੇਟ 'ਚ ਬੈਠੇ ਸੀਗੇ, ਡਬਲ ਨਹੀਂ ਪੇ ਕਰਨਾ ਚਾਹੁੰਦੇ ਸੀ, ਕਿਤੇ ਨਾ ਕਿਤੇ ਫਾਈਨੈਂਸ਼ੀਅਲ ਪ੍ਰੋਬਲਮ ਸੀਗੀ, ਉਹ ਬੱਚੇ ਅੱਜ ਟਰੈਵਲ ਕਰ ਸਕਦੇ ਨੇ ਜੀ। ਹੁਣ ਆਉਣ ਵਾਲਾ ਸਮਾਂ ਬੈਕ ਟੂ ਨਾਰਮਲ ਹੁੰਦਾ ਲੱਗਦਾ ਸਾਰਾ ਕੁਝ ਸਿਸਟਮ, ਕਿਉਂਕਿ ਫਲਾਈਟ ਸ਼ੁਰੂ ਹੋ ਗਈਆਂ ਅਤੇ ਨਾਲ ਹੀ ਟਰੂਡੋ ਸਾਹਿਬ ਵੀ ਫਿਰ ਵਾਪਸ ਆ ਗਏ ਜੀ। ਬਿਲਕੁਲ ਅਮਨ ਜੀ, ਸਾਡੇ ਖਾਸ ਕਰਕੇ ਜਿਹੜੇ ਸਟੂਡੈਂਟ ਉੱਥੇ ਵਿਚਾਰੇ ਬੈਠੇ ਸੀ, ਇਮੀਗ੍ਰੇਸ਼ਨ ਲੈਣੀ ਆ, ਕੋਈ ਲਾਈਨ ਦੇ ਵਿੱਚ ਲੱਗਿਆ, ਕਿਸੇ ਦੀ PR ਅਪਲਾਈ ਕੀਤੀ ਹੋਈ ਸੀਗੀ, ਕਿਸੇ ਦਾ ਵਰਕ ਪਰਮਿਟ ਅਪਲਾਈ ਕੀਤਾ ਹੁੰਦਾ ਜਾ ਕੇ ਇੱਥੋਂ, ਅਤੇ ਉਹਨਾਂ ਸਟੂਡੈਂਟਸ ਦੇ ਲਈ ਕਾਫੀ ਚੀਜ਼ਾਂ ਜਿਹੜੀਆਂ ਬੈਕ ਟੂ ਨਾਰਮਲ ਹੋ ਚੁੱਕੀਆਂ ਨੇ। ਬਾਕੀ ਜਿਹੜਾ ਸਾਡਾ ਸਟੂਡੈਂਟ ਇੱਥੋਂ ਜਾ ਰਿਹਾ ਹੈ ਅਤੇ ਉਹਨਾਂ ਦੇ ਲਈ ਵੀ ਕਿਤੇ ਨਾ ਕਿਤੇ ਫਲੈਕਸੀਬਿਲਿਟੀ ਬਣੀ ਆ, ਕਿਤੇ ਨਾ ਕਿਤੇ ਚੀਜ਼ਾਂ ਨਾਰਮਲ ਹੋਈਆਂ। ਜਿਵੇਂ ਫਲਾਈਟਸ ਨੂੰ ਲੈ ਕੇ ਜਨਵਰੀ ਇਨਟੇਕ ਵਾਲੇ ਸਾਡੇ ਬੱਚਿਆਂ ਨੇ ਜਿਨ੍ਹਾਂ ਨੇ ਫਲਾਈ ਕਰਨਾ, ਅੱਜ ਉਹਨਾਂ ਦੇ ਸਾਹਮਣੇ ਸਾਰਾ ਉਹਨਾਂ ਦਾ ਭਵਿੱਖ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਸਾਡਾ ਬੱਚਾ ਅੱਜ ਵੀਜ਼ਾ ਗ੍ਰਾਂਟ ਕਰਕੇ ਫਲਾਈ ਕਰੇਗਾ। ਕਿ ਅਸੀਂ 2 ਸਾਲ ਵਾਂਗੂ, 1.5 ਸਾਲ, ਪੌਣੇ 2 ਸਾਲ ਵਾਂਗੂ ਹੋ ਗਏ ਅਸੀਂ ਇਹਨਾਂ ਚੀਜ਼ਾਂ ਨਾਲ ਉਲਝ ਰਹੇ ਸੀਗੇ। ਹੁਣ ਬੈਕ ਟੂ ਨਾਰਮਲ ਔਰ ਆਪਣੀ ਜਿਹੜੀ ਇੱਕ ਬੈਕ ਪੋਜੀਸ਼ਨ ਸੀਗੀ, ਅਸੀਂ ਉਹਦੇ ਤੇ ਆ ਚੁੱਕੇ ਹਾਂ। ਆਸਟ੍ਰੇਲੀਆ ਵੱਲੋਂ ਵੀ ਕਿਤੇ ਕਿਤੇ ਅਨਾਉਂਸਮੈਂਟ ਆ ਗਈ ਹੈ ਬੜੀ ਜਲਦੀ, ਉੱਥੇ ਵੀ ਸਾਨੂੰ ਬਹੁਤ ਜਲਦ ਖੁਸ਼ਖਬਰੀ ਦੇਣ ਵਾਲਾ ਹੈ। ਆਸਟ੍ਰੇਲੀਆ ਵੀ ਬਹੁਤ ਸਾਰਾ ਸਾਡਾ ਬੱਚਾ ਇੱਥੇ ਵੀਜ਼ਾ ਗ੍ਰਾਂਟ ਕਰਾ ਕੇ ਬੈਠਾ ਹੋਇਆ ਅਤੇ ਉਹਨਾਂ ਦੇ ਲਈ ਔਰ ਅੱਗੇ ਆਸਟ੍ਰੇਲੀਆ ਨਿਊ ਸਟੂਡੈਂਟਸ ਲਈ ਵੈਲਕਮ ਸਟਾਰਟ ਕਰ ਰਿਹਾ ਹੈ। ਅਤੇ ਆਪਣੀਆਂ ਪ੍ਰੋਫਾਈਲਸ ਨੂੰ ਰੈਡੀ ਕਰ ਲਓ, ਔਰ ਜਿੰਨੇ ਬੱਚੇ ਨੇ ਆਸਟ੍ਰੇਲੀਆ ਜਾਣਾ ਹੈ ਅਤੇ ਆਪਣੇ ਆਪ ਨੂੰ ਪ੍ਰਪੇਅਰ ਕਰਕੇ ਔਰ ਰੈਡੀ ਹੋ ਜਾਓ, ਤਾਂ ਕਿ ਹੁਣ ਅਸੀਂ ਆਸਟ੍ਰੇਲੀਆ ਟਾਈਮ ਰਹਿੰਦੇ ਹਾਂ ਐਡਮਿਸ਼ਨਸ ਲੈ ਕੇ ਆਪਣੇ ਵੀਜ਼ਾਸ ਗ੍ਰਾਂਟ ਕਰਾ ਕੇ ਉੱਥੇ ਵੀ ਫਲਾਈ ਕਰ ਸਕਾਂਗੇ। ਸੋ ਨੰਬਰ ਨੋਟ ਕਰ ਲਓ ਜੀ, ਜੇ ਤੇ ਤੁਸੀਂ ਕਾਲ ਕਰਕੇ ਸ਼ੋਅ ਦੇ ਵਿੱਚ ਗੱਲਬਾਤ ਕਰ ਸਕਦੇ ਹੋ। 9555993377 ਕਾਲ ਲੈਂਦੇ ਹਾਂ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਰ ਦੇਸ਼ ਪ੍ਰਦੇਸ਼ ਸ਼ੋਅ ਤੋਂ ਬੋਲ ਰਹੇ ਹਾਂ ਸਰ। ਹਾਂਜੀ ਹਾਂਜੀ, ਲਾਈਵ 'ਚ ਕਾਲ ਲੱਗੀ ਹੈ ਜੀ ਤੁਹਾਡੀ। ਸਰ ਮੈਂ ਦਫ਼ਤਰ ਦਾ ਸੀ। ਹਾਂਜੀ, ਦਫ਼ਤਰ ਨੰਬਰ। ਫਿਰ ਤੁਸੀਂ 20 ਮਿੰਟ ਬਾਅਦ ਕਾਲ ਕਰ ਲਿਓ ਜੀ। ਮੇਰੇ ਖਿਆਲ ਆਫਿਸ ਦੇ ਵਿੱਚ ਕੋਈ ਗੱਲ ਕਰਨਾ ਚਾਹੁੰਦਾ। ਇਸ ਟਾਈਮ ਜਿਹੜੀ ਕਾਲ ਹੈ ਜੀ ਉਹ ਡਾਈਵਰਟ ਅਤੇ ਇਹ ਸਟੂਡੀਓ ਦੇ ਵਿੱਚ ਹੈ। ਜਿਹੜਾ ਸਟੂਡੀਓ 'ਚ ਗੱਲ ਕਰਨਾ ਚਾਹੁੰਦਾ ਉਹ 9555993377 ਦੇ ਉੱਤੇ ਕਾਲ ਕਰ ਸਕਦਾ। ਕਾਲ ਲੈਣੀ। ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਸਵਾਲ ਹੈ? ਸਰ ਮੇਰੇ ਕੋਲ 6 ਬੈਂਡ ਆਏ ਨੇ। ਆਈ ਸਿਟ ਓਵਰਆਲ 6, each 6? ਹਾਂਜੀ, each 6 और ओवरऑल 6 जी। सर मेरी ग्रेजुएशन है BCA जी। हाँ जी, 2015 से 18 के बीच में। और मेरी जैसे रीअपियरेंस की तो वो अब पास आउट हुआ मैं 2018 ਚ ਕੰਪਲੀਟ ਹੋਣੀ ਸੀ ਤੇ ਉਸ ਤੋਂ ਬਾਅਦ ਕੰਪਲੀਟ ਕਦੋਂ ਹੋਈ ਹੈ? 20 ਵਿੱਚ ਬੈਕਲੌਗ ਕਿੰਨੀਆਂ ਸੀ? ਆਲਮੋਸਟ 60
ਹਾਂਜੀ 16. 16 Yes, sir. ਓਕੇ ਜੀ। ਪਰਸੈਂਟੇਜ ਕੀ ਹੈ ਤੁਹਾਡੀ? 59. 59। ਕੀ ਸਵਾਲ ਕੀ ਕਰਨਾ ਚਾਹੁੰਦੇ ਹੋ सर कनाडा का कोई ऑप्शन है? ਜੀ? ਕੀ ਕਹਿਣਾ ਮੈਮ? ਦੇਖੋ ਅਮਨ ਜੀ ਕੇਸ ਨੂੰ ਅੱਛੇ ਤਰੀਕੇ ਨਾਲ ਆਈਲੈਟਸ ਸਕੋਰ ਬਹੁਤ ਵਧੀਆ ਬੱਚੇ ਦਾ। ਜਿਹੜੀਆਂ ਬੈਕਲੌਗ ਦੀ ਗੱਲ ਕਰ ਰਿਹਾ ਬੱਚਾ 2018 ਚ ਅਪੀਅਰ ਹੋਣਾ ਸੀ, ਉਹਨੇ ਪਾਸ ਹੋਣਾ ਸੀਗਾ, 2020 ਤੱਕ ਉਹਦੀ ਸਟੱਡੀ ਜਿਹੜੀ ਹੈ ਡਿਲੇ ਹੋਈ ਹੈ। ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਥੋੜਾ ਸਟੱਡੀ ਕਰਨਾ ਪੈਣਾ, ਸਮਝਣਾ ਪੈਣਾ, ਲੋਕੇਸ਼ਨ ਔਰ ਪ੍ਰੋਵਿੰਸ ਵੀ ਆਪਾਂ ਨੂੰ ਸਮਝਣਾ ਪੈਣਾ, ਕਿਉਂਕਿ ਜਿਹੜਾ ਇਹ ਪ੍ਰੋਫਾਈਲ ਆ ਬਹੁਤ ਅੱਛਾ ਪ੍ਰੋਫਾਈਲ ਹੈ। ਇਹ ਨਹੀਂ ਮੈਂ ਕਹਿ ਸਕਦੀ ਕਿ ਅਪਲਾਈ ਨਹੀਂ ਹੋ ਸਕਦਾ, ਪਰ ਜੋ ਬੈਕਲੌਗ ਨੇ ਜਿਹੜੀਆਂ ਚੀਜ਼ਾਂ ਅਸੀਂ ਵੀਜ਼ਾ ਅਫਸਰ ਦੇ ਸਾਹਮਣੇ ਰਿਪਰੈਜ਼ੈਂਟ ਕਿਵੇਂ ਕਰਨੀਆਂ ਕਿ ਸਾਡੀਆਂ ਜਿਹੜੀਆਂ 16 ਬੱਚੇ ਨੇ ਦੱਸੀਆਂ ਤੇ ਉਹ ਸਾਰੀਆਂ ਚੀਜ਼ਾਂ ਉੱਤੇ ਵਰਕਆਊਟ ਕਰਨਾ ਪੈਣਾ ਕਿ ਇਨ ਬਿਟਵੀਨ ਸਾਨੂੰ ਕੀ ਪ੍ਰੋਬਲਮ ਆਈ ਸੀ ਕਿ ਸਾਡੀਆਂ ਇਹ ਬੈਕਲੌਗ ਜਿਹੜੀਆਂ ਸਾਡੇ ਸਾਹਮਣੇ ਆਈਆਂ ਸਾਨੂੰ ਦੇਖਣ ਨੂੰ ਮਿਲੀਆਂ। ਜੇ ਤੁਸੀਂ ਕੈਰੀਅਰ ਕੌਨਸ਼ੀਅਸ ਹੋ, ਕਿਤੇ ਨਾ ਕਿਤੇ ਨੈਗੇਟਿਵ ਇੰਪੈਕਟ ਜ਼ਰੂਰ ਤੁਹਾਡੀ ਸਟੱਡੀ ਦੇ ਉੱਤੇ ਪਾ ਰਿਹਾ ਹੈ। ਤੇ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਸਮਝ ਕੇ ਇੱਕ ਵਾਰ ਤੁਸੀਂ ਆਫਿਸ ਵਿਜ਼ਿਟ ਕਰ ਲਓ ਸਾਰੇ ਡਾਕੂਮੈਂਟਸ ਲੈ ਕੇ, ਤਾਂ ਕਿ ਮੈਂ ਤੁਹਾਡੇ ਪ੍ਰੋਫਾਈਲ ਨੂੰ ਪ੍ਰੋਪਰ ਤਰੀਕੇ ਨਾਲ ਸਮਝ ਕੇ ਔਰ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਗਾਈਡ ਕਰ ਸਕਾਂ ਕਿ ਆਪਾਂ ਕਿਹੜੀ ਲੋਕੇਸ਼ਨ ਤੇ ਜਾਈਏ ਔਰ ਵੀਜ਼ਾ ਅਫਸਰ ਨੂੰ ਕਿਵੇਂ ਸੈਟੀਸਫਾਈ ਕਰਕੇ ਆਪਾਂ ਵੀਜ਼ਾ ਪ੍ਰਾਪਤ ਕਰ ਸਕਦੇ। ਜਿਹੜੇ ਬੈਕਲੌਗਸ ਨੇ ਮੈਮ ਉਹਦੀ ਕੋਈ ਦਿੱਕਤ ਨਹੀਂ ਜਿਹੜੇ 16 ਨੇ? ਬਿਲਕੁਲ ਅਮਨ ਜੀ, ਉਹਨੂੰ ਹੀ ਆਪਾਂ ਸਟੱਡੀ ਕਰਨਾ ਹੈ ਕਿ ਉਹਦੇ ਉੱਤੇ ਬੈਕਲੌਗ ਕਿਉਂ ਰਹੀਆਂ ਨੇ, ਕੀ ਰੀਜ਼ਨਸ ਰਹੇ ਨੇ, ਕੀ ਵੀਜ਼ਾ ਅਫਸਰ ਦੇ ਸਾਹਮਣੇ ਅਸੀਂ ਰਿਪਰੈਜ਼ੈਂਟ ਕਰਾਂਗੇ, ਕੋਈ ਮੈਡੀਕਲ ਇਸ਼ੂ ਸੀ ਬੱਚੇ ਨੂੰ, ਕੀ ਰੀਜ਼ਨ ਸੀਗੀਆਂ ਬੱਚੇ ਦੀਆਂ ਜਿਹੜੀਆਂ 16 ਥੋੜੀਆਂ ਨਹੀਂ ਹੁੰਦੀਆਂ, ਬਹੁਤ ਜ਼ਿਆਦਾ ਬੈਕਲੌਗ ਨੇ ਬੱਚੇ ਦੀਆਂ। ਇਹਨਾਂ ਉੱਤੇ ਆਪਾਂ ਨੂੰ ਵਰਕਆਊਟ ਕਰਨਾ ਪਊਗਾ। ਆਪਾਂ ਨੂੰ ਵੀਜ਼ਾ ਅਫਸਰ ਦੇ ਸਾਹਮਣੇ ਫਾਈਲ ਕਿਵੇਂ ਰੱਖਣੀ ਹੈ, ਕਿਵੇਂ ਰਿਪਰੈਜ਼ੈਂਟ ਕਰਨੀ ਹੈ, ਇਹਦੇ ਉੱਤੇ ਵਰਕਆਊਟ ਕਰਕੇ ਆਪਾਂ ਵੀਜ਼ਾ ਲੈ ਲਾਂਗੇ। ਆਈਲੈਟ ਸਕੋਰ ਬੱਚੇ ਦਾ ਅੱਛਾ ਹੈ। ਨੈਕਸਟ ਕਾਲ ਲੈ। ਹੈਲੋ सबसे सारा सब ये बेटा सी वीडियो वाले पूछ रहा है ਜੀ ਜੀ ਸਵਾਲ ਕਰੋ ਸਰ। सारे सर गए तो हमारा रचना ने पैसा अपने होटल मैनेजमेंट का कोर्स पूरा कर लिया जी। HM ਓਕੇ ਜੀ। तो हाँ जी ਕਿਹੜੇ ਸਾਲ ਚ ਕੀਤਾ ਸਰ? नहीं हुणे मतलब कर क्या करेगा मैं संचालन तो होया मैं तो उन्होंने दूसरा ਜਿਹੜਾ ਆਪਣੇ ਕੱਲ ਕੀ ਹੈ ਉਹਨੇ ਹੋਟਲ ਮੈਨੇਜਮੈਂਟ ਦਾ ਕੋਈ ਕੋਰਸ ਨਹੀਂ ਕੀਤਾ ਜੀ। ਤੇ ਸੋਰੀ ਕਰ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਜੀ। ਪਲੱਸ 2 ਕੀਤਾ ਨੂੰ ਕਾਫੀ ਟਾਈਮ ਹੋ ਗਿਆ ਜੀ ਸਰ। ਪਲੱਸ 2 ਕੀਤੇ ਨੂੰ ਕਾਫੀ ਟਾਈਮ ਹੋ। ਹੋਟਲ ਮੈਨੇਜਮੈਂਟ ਕਦੋਂ ਪੂਰਾ ਕੀਤਾ ਕੋਰਸ? ਕਦੋਂ ਕੀਤੀ? ਹੋਟਲ ਮੈਨੇਜਮੈਂਟ ਕਰ ਲਿਆ ਜੀ ਉਹਨਾਂ ਨੇ? ਹਾਂਜੀ ਕਰ ਲਿਆ ਸਰ। 4-5 ਦਿਨ ਤੋਂ ਬਾਅਦ 4-5 ਦਿਨ ਹੋ ਗਏ ਜਿਹਨਾਂ ਨੂੰ ਮਤਲਬ ਜਿਹੜਾ ਵੀਜ਼ਾ ਆਇਆ ਤੇ ਮਤਲਬ ਕੋਰਸ ਪੂਰ ਦਾ ਮਤਲਬ ਮੈਸੇਜ ਆ ਗਿਆ ਜੀ। ਆਪਾਂ 765% ਨੰਬਰ ਹੋ ਗਈ। ਅੱਛਾ ਜੀ। ਕੀ ਸਵਾਲ ਕੀ ਹੈ? ਸਵਾਲ ਤੋਂ ਬਾਅਦ ਜਾ ਸਕਦਾ ਕੈਨੇਡਾ ਨਹੀਂ? ਕੀ ਕਹਿਣਾ ਮੈਮ? ਉਹਦਾ ਜਨਮ ਦਿਨ ਹੈ 27/08 ਜੀ। ਆਇਲਸ ਕੀਤੀ ਹੈ ਜੀ? 70% ਸਰ ਆਇਲਸ ਕਰ ਲਈ ਜੀ ਉਹਨਾਂ ਨੇ? ਨਹੀਂ ਐ ਨਹੀਂ ਕੀਤੀ ਸਰ ਤੁਸੀਂ ਇਹ ਜਿਹੜੇ ਨੰਬਰ ਤੇ ਕਾਲ ਕਰ ਰਹੇ ਹੋ ਜੀ, ਇੱਕ ਵਾਰੀ ਨਾ ਸ਼ੋਅ ਤੋਂ ਬਾਅਦ ਇਹਦੇ ਤੇ ਕਾਲ ਕਰਕੇ ਇੱਕ ਵਾਰੀ ਕਾਉਂਸਲਰ ਨਾਲ ਇਹ ਗੱਲ ਕਰਾਉਣਗੇ ਤੁਹਾਡੀ ਪ੍ਰੋਪਰਲੀ। ਉਹ ਤੁਹਾਡੇ ਤੋਂ ਪ੍ਰੋਫਾਈਲ ਪੁੱਛ ਲੈਣਗੇ, ਫਿਰ ਤੁਹਾਨੂੰ ਦੱਸ ਦੇਣਗੇ। ਫ੍ਰੀ ਆਫ ਕਾਸਟ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ, ਤੁਹਾਨੂੰ ਆਪਸ਼ਨ ਦੱਸ ਦਿੱਤੀਆਂ ਜਾਣਗੀਆਂ ਜੀ। ਠੀਕ ਹੈ ਸਰ। ਆਪਾਂ ਮਤਲਬ ਇਲਾਕਾ ਦੱਸ ਸਕਦੇ ਕਿ ਜਨਮ ਦਿਨ ਲੁਧਿਆਣਾ ਜਾਂ ਕੋਈ ਹਿਸਾਬ? ਇਹ ਮੋਹਾਲੀ ਤੋਂ ਨੇ ਜੀ। ਤੁਸੀਂ ਕਿੱਥੋਂ ਬੋਲ ਰਹੇ ਹੋ? ਮੈਂ ਨਵਾਂ ਤੋਂ ਬੋਲ ਰਿਹਾ ਨਮਸਕਾਰ। ਇਹ ਤੁਹਾਨੂੰ ਕਾਲ ਕਰਕੇ ਸਰ ਪ੍ਰੋਫਾਈਲ ਤੁਸੀਂ ਇੱਕ ਵਾਰੀ ਬੇਟੇ ਨਾਲ ਗੱਲ ਕਰਾ ਦਿਓ ਇਹਨਾਂ ਦੀ। ਚਲੋ ਠੀਕ ਹੈ ਸਰ। ਓਕੇ ਸਰ। ਤੇ ਜਿਹੜੀਆਂ ਪ੍ਰੋਫਾਈਲਸ 1 ਤੋਂ 5.5 ਵਾਲੀਆਂ ਨੇ ਜੀ, ਉਹਨਾਂ ਬਾਰੇ ਕੀ ਹੁਣ ਅਸੈਸਮੈਂਟ ਹੈ, ਕਿਵੇਂ ਰਹੇਗਾ ਉਹਨਾਂ ਦਾ? ਦੇਖੋ ਅਮਨ ਜੀ, ਜਦੋਂ ਵੀ ਪ੍ਰੋਫਾਈਲਸ ਦੀ ਗੱਲ ਆਉਂਦੀ ਹੈ 5.5 ਜਾਂ ਈਚ 6 ਦੀ ਗੱਲ ਆਉਂਦੀ ਹੈ ਤੇ ਮੇਰੇ ਮਾਈਂਡ ਦੇ ਵਿੱਚ ਉਦੋਂ ਹੀ ਕਲੀਅਰ ਹੁੰਦਾ ਹੈ ਕਿ ਬੱਚੇ ਨੂੰ ਕਿਹੜੇ ਕੈਟਾਗਰੀ 'ਚ ਆਪਾਂ ਪਾਉਣਾ ਹੈ। ਔਰ ਉਸ ਤੋਂ ਬਾਅਦ ਜਦੋਂ ਗੱਲ ਆਉਂਦੀ ਹੈ ਸਕਸੈਸ ਰੇਟ ਦੀ ਕਿ ਕਿਹੜੇ ਕੈਟਾਗਰੀ ਦਾ ਸਕਸੈਸ ਰੇਟ ਜ਼ਿਆਦਾ ਹੈ, ਇਹ ਕੋਈ ਵੀ ਕੰਸਲਟੈਂਟ ਇਸ ਚੀਜ਼ ਨੂੰ ਜੱਜ ਨਹੀਂ ਕਰ ਸਕਦਾ ਕਿ SDS 'ਚ ਵੀਜ਼ਾ ਆਉਂਦੇ ਆ, ਨੋਨ SDS ਵੀਜ਼ਾ ਨਹੀਂ ਆਉਂਦੇ। 5.5 ਵਾਲੇ ਆਈਲੈਟ ਸਕੋਰ ਵਾਲਿਆਂ ਦੇ ਹਮੇਸ਼ਾ ਇਹੀ ਗੱਲ ਕੀਤੀ ਜਾਂਦੀ ਹੈ ਕਿ ਇਸ ਪ੍ਰੋਫਾਈਲ ਦੇ ਉੱਤੇ ਆਪਾਂ ਕੀ ਵਰਕਆਊਟ ਕਰ ਰਹੇ ਹਾਂ, ਕਿਵੇਂ ਕੰਮ ਕਰਾਂਗੇ, ਕਿਵੇਂ ਵੀਜ਼ਾ ਲਵਾਂਗੇ। ਜਿਵੇਂ ਆਪਾਂ SDS ਕੈਟਾਗਰੀ 'ਚ ਅਪਲਾਈ ਕਰ ਰਹੇ ਹਾਂ ਉਵੇਂ ਹੀ ਆਪਾਂ ਨੋਨ SDS ਕੈਟਾਗਰੀ ਨੂੰ ਫੋਲੋ ਕਰਨਾ ਹੈ। ਦੋਨੋਂ ਕੈਟਾਗਰੀਜ਼ ਦਾ ਜਿਹੜਾ ਸਕਸੈਸ ਰੇਟ ਹੈ ਸੇਮ ਹੈ, ਬੱਚਾ ਅਪਲਾਈ ਕਰ ਸਕਦਾ। 5.5 ਵਾਲੇ ਬੱਚਿਆਂ ਲਈ ਕਿਤੇ ਵੀ ਕੈਨੇਡੀਅਨ ਗਵਰਨਮੈਂਟ ਨੇ ਜਾਂ ਕਾਲਜਿਸ ਨੇ, ਪ੍ਰਾਈਵੇਟ ਕਾਲਜਿਸ ਜਿਨ੍ਹਾਂ 'ਚ ਬੱਚੇ ਦੀ ਐਡਮਿਸ਼ਨ ਹੁੰਦੀ ਆ, ਮਨਾ ਨਹੀਂ ਕੀਤਾ। ਕੁਛ ਰੂਲ ਐਂਡ ਰੈਗੂਲੇਸ਼ਨਸ ਨੇ SDS ਕੈਟਾਗਰੀ ਲਈ ਅਲੱਗ ਨੇ, ਨੋਨ SDS ਕੈਟਾਗਰੀ ਅਲੱਗ ਨੇ ਜਦੋਂ ਅਸੀਂ ਉੱਥੋਂ ਦੀ ਧਰਤੀ ਤੇ ਪਹੁੰਚ ਜਾਂਦੇ ਹਾਂ। ਬਟ ਜਦੋਂ ਅਸੀਂ ਪ੍ਰੋਫਾਈਲ ਨੂੰ ਰਿਪਰੈਜ਼ੈਂਟ ਵੀਜ਼ਾ ਅਫਸਰ ਦੇ ਸਾਹਮਣੇ ਕਰ ਰਹੇ ਹਾਂ ਆਪਾਂ SDS ਕੈਟਾਗਰੀ ਨੂੰ ਫੋਲੋ ਕਰ
ਕਰਕੇ ਹੀ ਕਰਨਾ। ਔਰ 5.5 ਵਾਲੇ ਬੱਚਿਆਂ ਲਈ ਕੋਈ ਵੀ ਸਕੋਪ ਦੀ ਕਮੀ ਨਹੀਂ ਹੈ, ਕੋਈ ਕਾਲਜਸ ਦੀ ਕਮੀ ਨਹੀਂ ਹੈ। 30 ਇੰਸਟੀਟਿਊਟ ਨੇ ਪ੍ਰਾਈਵੇਟ ਜਿਹਦੇ ਵਿੱਚ ਬੱਚਿਆਂ ਦੀ ਮੈਂ ਐਡਮਿਸ਼ਨ ਕਰਵਾ ਸਕਦੀ ਹਾਂ, ਜਿਹੜੇ ਇਸ ਟਾਈਮ ਮੇਰੇ ਨਾਲ ਕੰਮ ਕਰ ਰਹੇ ਨੇ ਔਰ ਅਲੱਗ-ਅਲੱਗ ਪ੍ਰੋਵਿੰਸ ਦੇ ਵਿੱਚ ਨੇ, ਜਿਹੜੇ ਪ੍ਰੋਵਿੰਸ ਦੇ ਵਿੱਚ ਬੱਚੇ ਨੂੰ ਕੱਲ੍ਹ ਦੇ ਦਿਨ PR ਵੀ ਈਜ਼ੀਲੀ ਮਿਲ ਸਕਦੀ ਆ ਜੀ। ਨੈਕਸਟ ਕਾਲ ਲੈਂਦੇ ਜੀ। ਹੈਲੋ, ਨਮਸਕਾਰ ਸਰ। ਬੀਕਾਮ ਕਿਹੜੇ ਸਾਲ ਚ ਕੀਤੀ ਹੈ ਜੀ? ਸਰ ਆਵਾਜ਼ ਕੱਟ ਰਹੀ ਹੈ ਜੀ, ਤੁਹਾਡੀ ਆਵਾਜ਼ ਕਲੀਅਰ ਨਹੀਂ ਹੈ ਸਾਡੇ ਤੱਕ। 2020 ਚ ਕਿੰਨੇ ਪਰਸੈਂਟ ਨੇ ਜੀ ਬੀਕਾਮ ਚੋਂ? 69। ਆਇਲਸ ਕਰ ਲਈ ਜੀ? ਨਹੀਂ ਜੀ, ਬਾਕੀ ਮੈਮ ਦੱਸ ਦਿੰਦੇ। ਮੈਮ ਵਿਦਆਊਟ ਆਇਲਸ ਹੋ ਸਕਦਾ ਜੀ? ਵਿਦਆਊਟ ਆਈਲੈਟਸ ਆਪਾਂ ਕੈਨੇਡਾ ਨਹੀਂ ਅਪਲਾਈ ਕਰ ਸਕਦੇ ਅਮਨ ਜੀ। ਬੱਚਾ ਇੰਟਰਵਿਊ ਫੇਸ ਕਰ ਲੂਗਾ ਤੇ ਆਪਾਂ USA ਵੀ ਅਪਲਾਈ ਕਰ ਸਕਦੇ ਹਾਂ, UK ਵੀ ਆਪਸ਼ਨ ਹੈਗੀ ਹੈ। ਬਾਕੀ ਤੁਸੀਂ ਬੱਚੇ ਦੇ ਡਾਕੂਮੈਂਟਸ ਸਾਨੂੰ ਈਮੇਲ ਥਰੂ ਜਾਂ WhatsApp ਥਰੂ ਭੇਜ ਦਿਓ ਤਾਂ ਕਿ ਤੁਹਾਨੂੰ ਗਾਈਡ ਕਰ ਦਿੱਤਾ ਜਾਊਗਾ। ਔਰ ਜੇ ਆਈਲੈਟਸ ਤੋਂ ਬਿਨਾਂ ਜਾਣਾ, ਆਪਾਂ ਕੈਨੇਡਾ ਨਹੀਂ ਸੋਚ ਸਕਦੇ, ਹੋਰ ਅਦਰ ਆਪਸ਼ਨਸ ਆਪਣੇ ਕੋਲ ਹੈਗੀਆਂ। ਬਟ ਆਈਲੈਟਸ ਦੇਣ ਵਿੱਚ ਬੱਚੇ ਨੂੰ ਕੀ ਪ੍ਰੋਬਲਮ ਹੈ, ਇਹ ਥੋੜ੍ਹਾ ਜਿਹਾ ਮੈਂ ਜਾਣਨਾ ਚਾਹੂੰਗੀ। ਜਦੋਂ ਵੀ ਤੁਸੀਂ ਕਾਲ ਕਰੋ ਤੇ ਉਸ ਟਾਈਮ ਸਾਨੂੰ ਜ਼ਰੂਰ ਇਸ ਚੀਜ਼ ਦੀ ਬਰੀਫਿੰਗ ਦੇਣਾ ਕਿ ਅਸੀਂ ਕਿਉਂ ਨਹੀਂ ਕਰਨਾ ਚਾਹੁੰਦੇ ਆਈਲੈਟਸ। ਹੁਣ ਜਿਹੜੇ ਬੱਚੇ ਜੈਨ ਇਨਟੇਕ ਲਈ ਸਲਾਹ ਕਰ ਰਹੇ ਨੇ ਉਹਨਾਂ ਬਾਰੇ ਗੱਲਬਾਤ ਕਰਨਾ ਚਾਹੁੰਦਾ, ਬਟ ਕਾਲਸ ਆ ਰਹੀਆਂ ਬੈਕ ਟੂ ਬੈਕ। ਤੇ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਹੁਣੀ ਆਇਲਸ ਕੀਤੀ ਹੈ। ਓਕੇ ਜੀ। ਮੇਰੇ 7 ਬੈਂਡ ਆਏ ਹੈ। ਓਕੇ ਜੀ। ਤੇ ਮੈਂ ਗ੍ਰੈਜੂਏਸ਼ਨ ਕੀਤੀ ਹੈ ਹੁਣ PSC ਕੰਪਿਊਟਰ ਸਾਇੰਸ। ਓਕੇ। ਤੇ ਮੈਂ ਨਾ +2 ਤੋਂ ਬਾਅਦ ਅਪਲਾਈ ਕੀਤਾ ਸੀ, ਮੇਰੀ 4 ਰਿਫਿਊਜ਼ਲਸ ਹੈ। ਓਕੇ। ਹਾਂਜੀ, ਤੇ ਮੈਂ ਉਹਨੂੰ ਪੁੱਛਣਾ ਸੀ ਮੇਰੇ ਲਈ ਕੋਰਸ ਕਿਹੜੇ ਠੀਕ ਰਹਿਣਗੇ ਤੇ ਕਾਲਜ ਵਗੈਰਾ ਕਿਹੜਾ ਠੀਕ ਰਹੇਗਾ। ਜਿਹੜੇ 4 ਰਿਫਿਊਜ਼ਲ ਨੇ ਜੀ ਉਹਨਾਂ ਦੇ ਕਾਰਨ? ਉਹਨਾਂ ਦਾ ਪਹਿਲੀ ਵਾਰੀ ਕੋਰਸ ਗਲਤ ਸੀਗਾ ਤੇ ਫਿਰ ਦੂਸਰੀ ਤੀਸਰੀ ਵਾਰ ਕਹਿੰਦੇ ਨੰਬਰ ਘੱਟ ਹੈ ਤੁਹਾਡੇ 12ਵੀਂ ਚ। ਫਿਰ ਮੈਂ ਗ੍ਰੈਜੂਏਸ਼ਨ ਸਟਾਰਟ ਕਰਤੀ ਸੀ ਆਪਣੀ। ਓਕੇ, ਹੁਣ ਗ੍ਰੈਜੂਏਸ਼ਨ ਚ ਕਿੰਨੇ ਪਰਸੈਂਟ ਨੇ ਤੁਹਾਡੇ? ਮੇਰੇ 65%। ਤਾਂ ਮੇਰੇ ਕੋਲ ਪੂਰੀ ਅਸੈਸਮੈਂਟ ਦੀ ਲੋੜ ਪੈਣੀ ਹੈ। ਬਾਕੀ ਮੈਮ ਹਾਂਜੀ ਬਿਲਕੁਲ ਪੂਰੀ ਅਸੈਸਮੈਂਟ ਦੀ ਲੋੜ ਪੈਣੀ, ਕਿਉਂਕਿ ਅਮਨ ਜੀ ਕੋਈ ਵੀ ਕੋਰਸ ਦੇਣ ਤੋਂ ਪਹਿਲਾਂ ਮੈਨੂੰ ਬੱਚੇ ਦੀਆਂ ਜਿਹੜੀਆਂ 4 ਰਿਫਿਊਜ਼ਲ ਨੇ ਉਹਨਾਂ ਦੇ ਉੱਤੇ ਜ਼ਰੂਰ ਵਰਕਆਊਟ ਕਰਨਾ ਪਊਗਾ। ਉਹ 4 ਰਿਫਿਊਜ਼ਲ ਦੇ ਕੀ ਰੀਜ਼ਨਸ +2 ਤੋਂ ਬਾਅਦ ਲਈਆਂ ਹੋਈਆਂ, ਭਾਵੇਂ ਆਪਾਂ ਅੱਜ ਗ੍ਰੈਜੂਏਸ਼ਨ ਕਰ ਲਈ ਆ, ਬਟ ਉਹ 4 ਰਿਫਿਊਜ਼ਲ ਨੂੰ ਕਿਤੇ ਨਾ ਕਿਤੇ ਆਪਾਂ ਜਸਟੀਫਾਈ ਸਾਨੂੰ ਕਰਨਾ ਪਊਗਾ। ਵਿਦਆਊਟ ਜਸਟੀਫਾਈ ਕੀਤੇ ਆਪਾਂ ਅੱਗੇ ਵੀਜ਼ਾ ਗ੍ਰਾਂਟ ਨਹੀਂ ਕਰਾ ਸਕਦੇ। ਹੁਣ ਜਿਵੇਂ ਤੁਸੀਂ ਕੋਰਸ ਪੁੱਛਿਆ, ਕਿਸੇ ਨੂੰ ਵੀ ਪਹਿਲਾਂ ਆਪਣਾ ਪ੍ਰੋਫਾਈਲ ਡਿਸਕਸ ਕਰੋ, ਕਿਉਂਕਿ ਮੈਂ ਇੱਥੇ ਕੋਈ ਵੀ ਕੋਰਸ ਬੋਲਦਾ ਤੁਹਾਡੇ ਸਟੱਡੀ ਦੇ ਰੈਲੇਵੈਂਟ ਤੇ ਉਹ ਤੁਹਾਡੀਆਂ ਜਿਹੜੀਆਂ 4 ਰਿਫਿਊਜ਼ਲ ਨੂੰ ਕਿਤੇ ਨਾ ਕਿਤੇ ਸੈਟੀਸਫਾਈ ਨਾ ਕਰਾ ਸਕੇ ਵੀਜ਼ਾ ਅਫਸਰ ਨੂੰ, ਤੇ ਉਹ ਚੀਜ਼ਾਂ ਆਪਾਂ ਨੂੰ ਸਭ ਤੋਂ ਪਹਿਲਾਂ ਦੇਖਣੀਆਂ ਪੈਣੀਆਂ। ਔਰ ਕੋਈ ਵੀ ਕੋਰਸ ਲੈਣ ਤੋਂ ਪਹਿਲਾਂ ਤੁਸੀਂ ਆਪਣੀਆਂ ਇਹ 4 ਰਿਫਿਊਜ਼ਲ ਦੇ ਉੱਤੇ ਵਰਕਆਊਟ ਜ਼ਰੂਰ ਕਰਾਓ। ਜਿਹੜੇ ਵੀ ਕੰਸਲਟੈਂਟ ਕੋਲ ਤੁਸੀਂ ਅਪਲਾਈ ਕਰਨਾ ਹੈ, ਇੱਕ ਵਾਰ ਤੁਸੀਂ ਇਹ 4 ਰਿਫਿਊਜ਼ਲ ਔਰ ਆਪਣੇ ਡਾਕੂਮੈਂਟਸ ਜ਼ਰੂਰ ਮੈਨੂੰ ਈਮੇਲ ਕਰੋ। ਔਰ ਉਸ ਤੋਂ ਬਾਅਦ ਮੈਂ ਅਮਨ ਜੀ ਇਹਨਾਂ ਨੂੰ ਸਲਾਹ ਵੀ ਦਊਂਗੀ ਕਿ ਇੱਕ ਵਾਰ ਇਹ ਮਿਲਣ ਜ਼ਰੂਰ ਆਉਣ, ਕਿਉਂਕਿ ਜੇ ਇਹਨਾਂ ਨੇ ਸਾਡੇ ਕੋਲ ਅਪਲਾਈ ਕਰਨਾ, ਜਿੱਥੇ ਵੀ ਅਪਲਾਈ ਕਰਨਾ, ਮਿਲ ਕੇ ਇਹਨਾਂ 4 ਰਿਫਿਊਜ਼ਲ ਦਾ ਪਹਿਲਾਂ ਹੱਲ ਲੱਭੋ। ਉਸ ਤੋਂ ਬਾਅਦ ਆਪਾਂ ਕੋਰਸ ਡਿਸਾਈਡ ਕਰਾਂਗੇ। ਔਰ ਜੇ ਸਾਨੂੰ ਲੱਗਿਆ ਕਿਤੇ ਨਾ ਕਿਤੇ ਤੁਹਾਡੇ ਇਹ ਕੋਰਸਿਸ ਨੂੰ ਇਹ ਰਿਫਿਊਜ਼ਲ ਨੂੰ ਲੈ ਕੇ ਵੀਜ਼ਾ ਅਫਸਰ ਨੇ ਜਿਹੜੀਆਂ ਚੀਜ਼ਾਂ ਦੀ ਕਮੀ ਪੇਸ਼ੀ ਕੱਢੀ ਆ, ਆਪਾਂ ਨੂੰ ਦੂਰ ਕਰਨੀ ਪੈਂਦੀ ਹੈ, ਆਪਾਂ ਨੂੰ 2 ਮਹੀਨੇ ਜਾਂ 1 ਮਹੀਨਾ ਲੱਗਦਾ ਹੈ, ਜਾਂ ICCRC ਮੈਂਬਰ ਸਾਨੂੰ ਆਪਣੇ ਪੈਨਲ ਤੇ ਲੈਣਾ ਪੈਂਦਾ, ਤੇ ਉਸ ਚੀਜ਼ ਤੇ ਜਾ ਕੇ ਆਪਾਂ ਵਰਕਆਊਟ ਕਰਾਂਗੇ। ਕਿਉਂਕਿ ਇੱਕਦਮ ਤੁਹਾਨੂੰ ਕੋਰਸ ਦੱਸਣਾ ਔਰ ਅੱਗੇ ਪ੍ਰੋਫਾਈਲ ਨਹੀਂ ਆਪਾਂ ਤੋੜ ਸਕਦੇ। 4 ਰਿਫਿਊਜ਼ਲ ਕਿਤੇ ਨਾ ਕਿਤੇ ਬਹੁਤ ਵੱਡਾ ਮਾਇਨੇ ਰੱਖਦੀਆਂ ਨੇ ਜੀ। ਮੈਮ ਕਈ ਵਾਰੀ ਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਵੀ ਬੰਦਾ ਅਨਾਉਂਸ ਕਰ ਦਿੰਦਾ ਵੀ ਆਹ ਕਾਲਜ ਦੇ ਵਿੱਚ ਆਹ ਕੋਰਸ ਪਏ ਆ ਜੀ। ਜਦੋਂ ਕੋਈ ਬੱਚਾ 2 3 4 ਦਿਨ ਬਾਅਦ ਵਿਜ਼ਿਟ ਕਰਦਾ, ਉਦੋਂ ਤੱਕ ਹੋ ਸਕਦਾ ਵੀ ਉਹ ਸੀਟ ਫਿਲ ਹੋ ਜਾਂਦੀ ਹੈ। ਫਿਰ ਕਹਿੰਦੇ ਨਹੀਂ ਤੁਸੀਂ ਅਨਾਉਂਸ ਕੀਤਾ ਸੀਗਾ ਜੀ ਉਹਦੇ 'ਚ ਪਏ ਆ। ਬਿਲਕੁਲ। ਔਰ ਅਮਨ ਜੀ ਜਦੋਂ ਮੈਂ ਕੋਰਸ ਬੱਚੇ ਨੂੰ ਦੇ ਦਿੱਤਾ ਨਾ, ਮੈਂ ਆਪਣੀ ਸਟੱਡੀ ਦੇ ਅਕੋਰਡਿੰਗਲੀ, ਆਪਣੇ ਪੁਆਇੰਟ ਆਫ ਵਿਊ ਦੇ ਅਕੋਰਡਿੰਗਲੀ, ਆਪਣੇ ਟਾਈਪ ਦੇ ਹਿਸਾਬ ਨਾਲ ਮੈਂ ਬੱਚੇ ਨੂੰ ਕੋਰਸ ਦੇ ਦਿੱਤਾ ਕਿ ਬੱਚੇ ਦੀ ਸਟੱਡੀ ਨਾਲ ਇਹ ਰੈਲੇਵੈਂਸੀ ਆ। ਔਰ ਬੱਚਾ ਕਿਸੇ ਵੀ ਕੰਸਲਟੈਂਟ ਕੋਲ ਜਾ ਕੇ ਨਾ ਇਹ ਉਹਦੇ ਮਾਈਂਡ 'ਚੋਂ ਕਨਫਿਊਜ਼ਨ ਨਹੀਂ ਨਿਕਲਣੀ। ਇਸ ਕਰਕੇ ਮੈਂ ਕਦੀ ਵੀ, ਜਿੰਨਾ ਚਿਰ ਮੇਰੇ ਕੋਲ ਤੁਸੀਂ ਪ੍ਰੋਫਾਈਲ ਆਪਣੀ ਸਬਮਿਟ ਨਹੀਂ ਕਰਾਉਂਦੇ, ਦਿੰਦੇ ਨਹੀਂ ਆ, ਮੈਂ ਕੋਰਸ ਕਦੀ ਵੀ ਡਿਸਕਲੋਜ਼ ਨਹੀਂ ਕਰਦੀ। ਜਦੋਂ ਤੁਸੀਂ ਮੇਰੇ ਨਾਲ ਟੇਬਲ ਤੇ ਬੈਠੋਗੇ, ਜਦੋਂ ਮੈਂ ਤੁਹਾਡੀ ਕਾਉਂਸਲਿੰਗ ਕਰੂੰਗੀ, ਫਿਰ ਉਹਦੇ ਵਿੱਚੋਂ ਬਹੁਤ ਸਾਰੇ ਤੁਹਾਡੇ ਇੰਟਰਸਟ ਵੀ ਨਿਕਲ ਕੇ ਸਾਡੇ ਸਾਹਮਣੇ ਆਉਣਗੇ। ਫਿਰ ਉਹਦੇ ਨਾਲ ਰੈਲੇਵੈਂਸੀ ਅਸੀਂ ਕੋਰਸ ਕੱਢਦੇ ਹਾਂ। ਐਵੇਂ ਨਹੀਂ ਕਿ ਮੈਂ ਇੱਥੇ ਬੈਠੀ ਹਾਂ, ਕੰਪਿਊਟਰ ਸਾਇੰਸ
ਕੀਤੀ ਆ। ਇਹਦੇ ਨਾਲ ਇਹ ਕੰਪਿਊਟਰ ਨਾਲ ਰੈਲੇਵੈਂਟ ਕੋਰਸ ਆ, ਤੁਸੀਂ ਲੈ ਲਓ, ਉੱਥੇ ਜਾ ਕੇ ਤੁਸੀਂ ਕੰਪਿਊਟਰ ਸਾਇੰਸ ਦੇ ਵਿੱਚ ਅੱਗੇ ਦੁਬਾਰਾ ਇਹ ਕੋਰਸ ਨਾਲ ਰੈਲੇਵੈਂਸੀ ਲੈ ਕੇ ਕਰ ਲਓ। ਇਸ ਕਰਕੇ ਇਹ ਚੀਜ਼ਾਂ ਬੱਚੇ ਨੂੰ ਕਨਫਿਊਜ਼ ਕਰਦੀਆਂ, ਕਿਤੇ ਨਾ ਕਿਤੇ ਉਹਦੇ ਪ੍ਰੋਫਾਈਲ 'ਤੇ ਕੋਈ ਨਾ ਕੋਈ ਐਵੇਂ ਦੀ ਚੀਜ਼ ਨਾ ਪੈ ਜਾਏ ਕਿ ਜਿਹੜੀ ਚੀਜ਼ ਦਾ ਉਹਦੇ 'ਤੇ ਕੱਲ੍ਹ ਨੂੰ ਨੈਗੇਟਿਵ ਇੰਪੈਕਟ ਪਵੇ ਤੇ ਕਿਤੇ ਬੱਚਾ ਰਿਫਿਊਜ਼ਲ ਨਾ ਲਗਵਾ। ਜੀ, ਸੋ ਕੋਈ ਮਨ ਦੇ ਵਿੱਚ ਸਵਾਲ ਹੈ ਜੀ, ਸਾਂਝਾ ਕਰ ਸਕਦੇ ਹੋ, ਨੰਬਰ ਨੋਟ ਕਰ ਲਓ, ਸ਼ੋਅ ਤੋਂ ਬਾਅਦ ਵੀ ਉਹਦੇ 'ਤੇ ਕਾਲ ਕੀਤੀ ਜਾ ਸਕਦੀ ਹੈ। ਨੈਕਸਟ ਕਾਲ ਲੈਣੀ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਜੀ ਸਰ, ਕੀ ਸਵਾਲ ਹੈ? ਜੀ ਸਰ ਲਾਈਕ ਕਾਲ ਕੀਤਾ ਸੀ। ਹਾਂਜੀ, ਲਾਈਵ ਗੱਲ ਹੋ ਰਹੀ ਹੈ ਸਰ, ਕੀ ਸਵਾਲ ਹੈ? ਸਰ ਹੈਗੀ ਨਹੀਂ ਸਰ, ਕਾਲ ਤੇ ਆਤਾ ਸਰ। ਹਾਂਜੀ ਸਰ ਓਕੇ ਭਾਜੀ ਤੁਸੀਂ ਟੀਵੀ ਦੀ ਆਵਾਜ਼ ਆਪਣੀ 20 ਸੈਕਿੰਡ ਬਾਅਦ ਸੁਣ ਪਾਓਗੇ। ਤੁਸੀਂ ਸਵਾਲ ਆਪਣਾ ਪੁੱਛਣਾ ਚਾਹੁੰਦੇ ਹੋ ਕਿ ਟੀਵੀ ਤੇ ਆਵਾਜ਼ ਸੁਣਨੀ ਹੈ ਜੀ? ਮੇਰੇ ਖਿਆਲ ਟੀਵੀ ਤੇ ਆਵਾਜ਼ ਸੁਣਨ ਦੀ ਕੋਸ਼ਿਸ਼ ਹੈ, ਸਵਾਲ ਬੱਚਾ ਘੱਟ ਕਰ ਰਿਹਾ ਹੈ। ਹਾਂਜੀ, ਸੋ ਕਾਈਂਡਲੀ ਜਿਹੜਾ ਵੀ ਸਵਾਲ ਕਰਨਾ ਚਾਹੁੰਦਾ ਹੈ ਜੀ, ਡਾਇਰੈਕਟ ਕਾਲ ਤੇ ਆਪਣਾ ਸਵਾਲ ਪੁੱਛ ਲਿਆ ਕਰੋ, ਕਿਉਂਕਿ 20 ਸੈਕਿੰਡ ਦਾ ਡਿਲੇ ਹੁੰਦਾ ਕਈ ਵਾਰੀ। ਤੁਸੀਂ ਆਪਣੀ ਆਵਾਜ਼ ਸੁਣਨ ਕਰਕੇ ਆਪਣਾ ਜਿਹੜਾ ਸਵਾਲ ਹੈ ਉਹ ਵੀ ਮਿਸ ਕਰ ਦਿੰਦੇ ਹੋ, ਤੇ ਸਾਨੂੰ ਕਾਲ ਕੱਟਣੀ ਪੈਂਦੀ, ਕਿਉਂਕਿ ਕਾਲ ਇੱਕੋ ਟਾਈਮ ਤੇ ਕਾਫੀ ਬੱਚੇ ਕਰ ਰਹੇ ਹੁੰਦੇ ਆ ਜੀ। ਹੈਲੋ 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 ਹਾਂਜੀ, ਸ਼ਿਕਾ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ ਲਾਈਵ ਚੱਲ ਰਿਹਾ ਜੀ? ਬਿਲਕੁਲ ਲਾਈਵ ਗੱਲ ਹੋ ਰਹੀ ਹੈ ਜੀ ਤੁਹਾਡੀ। ਅੱਛਾ ਜੀ ਸਰ, ਮੈਂ ਨਾ ਜੀ ਐ ਪੁੱਛਣਾ ਸੀ ਵੀ ਆਸਟ੍ਰੇਲੀਆ ਬਾਰੇ ਪੁੱਛਣਾ ਸੀ। ਮੇਰਾ ਨਾ ਜੀ ਵੀਜ਼ਾ ਹੋਇਆ ਜੀ ਜਿਵੇਂ, ਓਕੇ ਜੀ। ਤੇ ਮੈਂ ਨਾ ਜੀ ਮੈਨੂੰ ਇੱਕ ਸਮੈਸਟਰ ਦਾ ਜੀ ਮੈਂ ਉਰੇ ਲਾ ਵੀ ਲਿਆ ਤੇ ਲਗਭਗ 1 ਸਾਲ ਹੋ ਗਿਆ ਜੀ ਤੇ ਮੈਨੂੰ ਵੇਟ ਕਰਦੇ ਨੂੰ। ਤੇ ਆਸਟ੍ਰੇਲੀਆ ਦੀ ਹੈ ਜੀ ਕੋਈ ਚਾਂਸ ਇਸ ਸਾਲ ਖੁੱਲਣ ਦਾ ਜੀ? ਅਨਾਉਂਸਮੈਂਟ ਹੋਈ ਹੈ ਜੀ, ਬਾਕੀ ਮੈਂ ਤੁਹਾਨੂੰ ਜ਼ਿਆਦਾ ਬੈਟਰ ਦੱਸ ਦੇਣਗੇ। ਕੀ ਕਹਿਣਾ? ਅਮਨ ਜੀ, ਮੈਂ ਸ਼ੁਰੂਆਤ 'ਚ ਹੀ ਬੱਚਿਆਂ ਨੂੰ ਕਿਹਾ ਸੀਗਾ ਕਿ ਬੈਕ ਟੂ ਸਾਰੀਆਂ ਚੀਜ਼ਾਂ ਨੋਰਮਲ ਹੋ ਰਹੀਆਂ ਨੇ। ਬਹੁਤ ਜਲਦ ਆਸਟ੍ਰੇਲੀਆ ਵੀ ਸਾਡੇ ਲਈ ਦਰਵਾਜ਼ੇ ਓਪਨ ਕਰੇਗਾ, ਔਰ ਆਪਣੀ ਤਿਆਰੀ ਰੱਖੋ। ਇੱਕ ਸਮੈਸਟਰ ਜੇ ਤੁਹਾਡਾ ਕੰਪਲੀਟ ਹੋ ਗਿਆ ਤੇ ਆਪਣੇ ਕਾਲਜ ਨਾਲ ਪ੍ਰੋਪਰ ਤਰੀਕੇ ਨਾਲ ਅਗਲਾ ਸਮੈਸਟਰ ਲਵਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਜੇ ਸਾਡੀ ਕਿਤੇ ਵੀ ਚੀਜ਼ਾਂ ਸਕਿਪ ਹੁੰਦੀਆਂ ਸਾਨੂੰ ਟਰੈਵਲਿੰਗ 'ਚ ਪ੍ਰੋਬਲਮ ਆਊਗੀ, ਕਿਉਂਕਿ ਕਾਲਜ ਵੱਲੋਂ ਤੁਹਾਨੂੰ ਜਿਹੜੀ ਟਰੈਵਲਿੰਗ ਲੈਟਰ ਪ੍ਰੋਵਾਈਡ ਕੀਤੀ ਜਾਣੀ ਉਹ ਕਿਤੇ ਨਾ ਕਿਤੇ ਬਹੁਤ ਇੰਪੋਰਟੈਂਟ ਆ ਜਦੋਂ ਤੁਸੀਂ ਇੱਥੋਂ ਇਮੀਗ੍ਰੇਸ਼ਨ ਕਲੀਅਰ ਕਰਕੇ ਅੱਗੇ ਜਾਣਾ ਔਰ ਆਸਟ੍ਰੇਲੀਆ ਜਾ ਕੇ ਇਮੀਗ੍ਰੇਸ਼ਨ ਕਲੀਅਰ ਕਰਨੀ। ਇਸ ਕਰਕੇ ਜਿੰਨਾ ਚਿਰ ਬੱਚਾ ਇੱਕ ਸਮੈਸਟਰ ਲਾਇਆ, ਇੰਨੀ ਪੇਸ਼ੈਂਸ ਰੱਖਿਆ। ਥੋੜੇ ਜਿਹੇ ਪੇਸ਼ੈਂਸ ਦੀ ਬੱਚੇ ਨੂੰ ਹੋਰ ਜ਼ਰੂਰਤ ਆ। ਅੱਗੇ ਜਿਹੜਾ ਆਉਣ ਵਾਲਾ ਸਮਾਂ ਹੈ ਬੈਕ ਟੂ ਨਾਰਮਲ ਔਰ ਬਹੁਤ ਅੱਛਾ ਆਉਣ ਵਾਲਾ ਸਮਾਂ ਹੈ ਸਾਡੇ ਸਟੂਡੈਂਟਸ ਦੇ ਲਈ। ਸੋ ਤੁਸੀਂ ਇਸ ਟਾਈਮ ਸਾਡੇ ਨਾਲ ਲਾਈਵ ਜੁੜੇ ਹੋਏ ਹੋ ਜੀ ਚੜ੍ਹਦੀ ਕਲਾ ਟਾਈਮ ਟੀਵੀ ਤੇ ਤੁਸੀਂ ਲਾਈਵ ਕਾਲ ਵੀ ਕਰ ਸਕਦੇ ਹੋ। ਸਮਾਂ ਥੋੜਾ ਜਿਹਾ ਬਚਿਆ ਸ਼ੋਅ ਦਾ, ਇਸ ਲਈ ਜਿਹੜਾ ਵੀ ਕਾਲ ਕਰਨਾ ਚਾਹੁੰਦਾ ਹੈ ਉਹ ਕਾਲ ਕਰ ਸਕਦਾ। ਅਦਰਵਾਈਜ਼ ਉਹ ਨੰਬਰ ਨੋਟ ਕਰ ਲਓ ਜਿਹੜਾ ਸਕਰੀਨ ਤੇ ਚੱਲ ਰਿਹਾ। ਸ਼ੋਅ ਤੋਂ ਬਾਅਦ ਵੀ ਉਹਦੇ ਤੇ ਕਾਲ ਕੀਤੀ ਜਾ ਸਕਦੀ ਹੈ। ਮੈਮ, ਜਿਹੜੇ ਹੁਣ ਤੁਹਾਡੇ ਨਾਲ ਜੁੜੇ ਹੋਏ ਦਰਸ਼ਕ ਨੇ, ਪੈਰੈਂਟਸ ਨੇ, ਕੀ ਮੈਸੇਜ ਹੈ ਉਹਨਾਂ ਲਈ ਜਿਹੜੇ ਆਸਟ੍ਰੇਲੀਆ ਜਾਂ ਕੈਨੇਡਾ ਦੀ ਬੜੀ ਦੇਰ ਤੋਂ ਵੇਟ ਕਰ ਰਹੇ ਸੀ ਬੈਕ ਟੂ ਨਾਰਮਲ ਹੋਣ ਦੀ? ਦੇਖੋ ਅਮਨ ਜੀ, ਬਹੁਤ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਖੁਸ਼ਖਬਰੀ ਆ ਬੱਚਿਆਂ ਦੇ ਲਈ, ਕਿਉਂਕਿ ਕੈਨੇਡਾ ਦੀਆਂ ਡਾਇਰੈਕਟ ਫਲਾਈਟਸ ਜਿਹੜੀਆਂ ਉਹ ਓਪਨ ਹੋ ਚੁੱਕੀਆਂ ਨੇ। ਤੇ ਬੀਇੰਗ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਉੱਥੇ ਮਿਲਣ ਜਾਣਾ ਚਾਹੁੰਦੇ ਸੀ, ਕਿਸੇ ਚੀਜ਼ ਕਰਕੇ ਰੁਕੇ ਹੋਏ ਸੀਗੇ, ਵਿਜ਼ਟਰ ਵੀਜ਼ਾਸ ਜਿਹੜੇ ਉਹ ਵੀ ਸਟਾਰਟ ਹੋ ਚੁੱਕੇ ਨੇ। ਔਰ ਉੱਥੇ ਜਿਹੜੀ ਟਰੂਡੋ ਦੀ ਸਰਕਾਰ ਬਣਨ ਦੇ ਕਾਰਨ ਜਿਹੜੇ ਸਾਡੇ ਬੱਚੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੇਫ ਫੀਲ ਕਰਦੇ ਆ, ਔਰ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਹੱਕਾਂ ਦੇ ਲਈ ਟਰੂਡੋ ਵੱਲੋਂ ਕੰਮ ਕੀਤਾ ਜਾਂਦਾ ਹੈ। ਤੇ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਨਾਲ ਦਰਸ਼ਕ ਜੁੜੇ ਆ, ਹੁਣ ਤੱਕ ਸਾਨੂੰ ਫੋਲੋ ਕਰ ਰਹੇ ਸੀ ਔਰ ਕਿਤੇ ਨਾ ਕਿਤੇ ਉਹ ਸਾਡੀਆਂ ਗੱਲਾਂ ਨੂੰ ਸੁਣ ਰਹੇ ਸੀਗੇ ਕਿ ਹਾਂ ਬਈ ਕਦੋਂ ਬੈਕ ਟੂ ਨਾਰਮਲ ਹੋਊਗਾ। ਅੱਜ ਉਹ ਸਮਾਂ ਆ ਚੁੱਕਿਆ ਹੈ ਕਿ ਸਾਰਾ ਕੁਝ ਬੈਕ ਟੂ ਨਾਰਮਲ ਹੋਣ ਜਾ ਰਿਹਾ ਹੈ ਜੀ। ਸੋ ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ ਜੀ, ਬਟ ਗੁਰਪ੍ਰੀਤ ਜੀ ਸ਼ੋਅ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਅਮਨ ਜੀ। ਉਮੀਦ ਕਰਦੇ ਹਾਂ ਜੀ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਲਈ ਲਾਹੇਵੰਦ ਰਹੀ ਹੋਵੇਗੀ। ਇਸੇ ਉਮੀਦ ਨਾਲ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਸਤਿ ਸ਼੍ਰੀ ਅਕਾਲ।